Good morning, my dear student. Student, as you know that we have discussing about the Vedic case, and we have already discussed about the four Vedas and iron people and their political life, social life. Today we are going to start the economic life of Aryan people ਜਾਂ ਵੈਦਿਕ people ਬੋਲ ਸਕਦੇ ਹਾਂ, ਠੀਕ ਆ। ਇਕੋਨੋਮਿਕ ਦਾ ਸਟੂਡੈਂਟ ਮਤਲਬ ਹੁੰਦਾ ਆਰਥਿਕ ਮਨੀ ਨਾਲ ਰਿਲੇਟਡ ਆ, ਜਿਸ ਤੋਂ ਕੀ ਉਹਨਾਂ ਨੂੰ ਇਨਕਮ ਹੁੰਦੀ ਹੈਗੀ ਆ, ਠੀਕ ਆ। ਆਪਾਂ ਨੂੰ ਜੇ ਇਨਕਮ ਦੀ ਗੱਲ ਕਰਦੇ ਹਾਂ ਪਿੰਡ, ਜੇ ਅੱਜ ਦੇ ਸਮੇਂ ਨਾਲ ਕੰਪੇਅਰ ਕਰਦੇ ਹਾਂ ਆਪਣੇ ਪਿੰਡਾਂ ਦੇ ਲੋਕ ਆ ਮੋਸਟਲੀ ਹੈ ਨਾ, ਮੋਸਟਲੀ ਉਹਨਾਂ ਨੂੰ ਇਨਕਮ ਕਿੱਥੋਂ ਹੁੰਦੀ ਆ, ਐਗਰੀਕਲਚਰ ਫੀਲਡ ਦੇ ਵਿੱਚੋਂ ਹੁੰਦੀ ਆ, ਠੀਕ ਆ। ਆਪਾਂ ਦੇਖਾਂਗੇ ਕਿ ਆਰੀਅਨ ਲੋਕਾਂ ਨੂੰ ਜਿਹੜੇ ਵੈਦਿਕ ਪੀਪਲ ਸੀਗੇ ਕਿੱਥੋਂ ਇਨਕਮ ਮਤਲਬ ਕਿੱਥੋਂ ਪੈਸਾ ਬਣਦਾ ਸੀ ਇਹਨਾਂ ਨੂੰ। First of all, the Vedic people were good warriors and warfare was one of their main occupation. Warriors ਹੁੰਦੇ ਆ ਸਟੂਡੈਂਟ ਯੋਧੇ, ਜਿਹੜੇ ਵੈਦਿਕ ਪੀਪਲ ਸੀਗੇ ਸਟੂਡੈਂਟ ਇੱਕ ਯੋਧੇ ਸੀਗੇ, ਮਤਲਬ ਚੰਗੇ ਯੋਧੇ ਸੀਗੇ। ਵਾਰਫੇਅਰ ਦਾ ਮਤਲਬ ਹੁੰਦਾ ਸਟੂਡੈਂਟ ਕਿ ਉਹ ਯੁੱਧਾਂ ਦੇ ਵਿੱਚ ਭਾਗ ਲੈਣ, ਓਕੇ, ਹਮੇਸ਼ਾ ਯੁੱਧਾਂ ਦੇ ਵਿੱਚ ਕੀ ਭਾਗ ਲੈਂਦੇ ਸੀਗੇ, ਜਾਂ ਅਸੀਂ ਆਪਾਂ ਕਹਿ ਸਕਦੇ ਹਾਂ ਮਿਲਟਰੀ ਆਕੂਪੇਸ਼ਨ ਨਾਲ ਰਿਲੇਟਡ ਸੀਗੇ। ਬਟ ਦੀ ਇਕੋਨੋਮਿਕ ਲਾਈਫ ਐਗਰੀਕਲਚਰ, ਇਸ ਤੋਂ ਇਲਾਵਾ ਸਟੂਡੈਂਟ ਹੋਰ ਆਕੂਪੇਸ਼ਨ ਕੀ ਸੀ ਉਹਨਾਂ ਦੇ, ਐਗਰੀਕਲਚਰ, ਜਿਸ ਤਰ੍ਹਾਂ ਅੱਜ ਵੀ ਐਗਰੀਕਲਚਰ ਹੁੰਦੀ ਹੈ ਨਾ, ਕੈਟਲ ਬਰੀਡਿੰਗ ਹੋ ਗਈ, ਮਤਲਬ ਗਾਵਾਂ ਚਰਾਉਣਾ ਜਾਂ ਪਸ਼ੂ ਚਰਾਉਣਾ ਕਹਿ ਸਕਦੇ ਹਾਂ। ਆਰਟ ਐਂਡ ਕਰਾਫਟ ਹੋ ਗਿਆ, ਕਲਾਕਾਰੀ ਹੋ ਗਈ, ਦਸਤਾਕਾਰੀ, ਟ੍ਰੇਡ, ਵਪਾਰ ਐਂਡ ਮੇਨ ਪ੍ਰੋਫੈਸ਼ਨ, ਇਹ ਇਹਨਾਂ ਦੇ ਕੀ ਮੇਨ ਪ੍ਰੋਫੈਸ਼ਨ ਸੀਗੇ। ਕਿਹੜੇ ਸਟੂਡੈਂਟ ਸੀਗੇ, ਐਗਰੀਕਲਚਰ, ਕੈਟਲ ਬਰੀਡਿੰਗ, ਆਰਟਸ ਐਂਡ ਕਰਾਫਟ ਐਂਡ ਟ੍ਰੇਡ ਵਰ ਦੀ ਮੇਨ ਆਕੂਪੇਸ਼ਨ ਔਰ ਪ੍ਰੋਫੈਸ਼ਨਸ ਆਫ ਦੀ ਆਰੀਅਨ ਕਹਿ ਸਕਦੇ ਜਾਂ ਵੈਦਿਕ ਪੀਪਲ। ਦੀ ਫੀਲਡ ਵਰ ਪਲੋਇੰਗ ਟੂ ਗਰੋ ਵੇਰੀਅਸ ਕਾਈਂਡ ਆਫ ਗ੍ਰੇਨਸ। ਹੁਣ ਫੀਲਡ ਖੇਤਾਂ ਦੀ ਗੱਲ, ਜੇ ਆਪਾਂ ਐਗਰੀਕਲਚਰ ਦੀ ਗੱਲ ਕਰਦੇ ਹਾਂ, ਫੀਲਡਸ ਦੇ ਵਿੱਚ ਕੀ ਪਲੋ ਕਰਦੇ ਸੀ ਬੇਟਾ, ਬੀਜਦੇ ਸੀਗੇ ਕਾਈਂਡਸ ਆਫ ਗ੍ਰੇਨਸ, ਹੈ ਨਾ, ਅਨਾਜ ਕੇ ਟਾਈਪਸ ਆਫ ਗ੍ਰੇਨਸ ਲਾਈਕ ਐਜ਼ ਦਾ ਵੀਟ, ਰਾਈਸ ਐਂਡ ਪਲਸਸ ਹੋ ਗਈਆਂ ਸਟੂਡੈਂਟ, ਦਾਲਾਂ ਐਂਡ ਵੈਜੀਟੇਬਲਸ ਨੂੰ ਗਰੋ ਕਰਦੇ ਸੀਗੇ ਫੀਲਡ ਦੇ ਵਿੱਚ, ਖੇਤਾਂ ਵਿੱਚ। ਡੋਮੈਸਟਿਕ ਐਨੀਮਲਸ ਲਾਈਕ ਕਾਓ, ਉਹਨਾਂ ਦੇ ਡੋਮੈਸਟਿਕ ਐਨੀਮਲਸ ਦਾ ਮਤਲਬ ਹੁੰਦਾ ਸਟੂਡੈਂਟ ਜਿਹੜਾ ਆਪਾਂ ਜਾਨਵਰ ਐਨੀਮਲਸ ਹੈਗੇ ਆ ਉਹਨਾਂ ਨੂੰ ਘਰ ਦੇ ਵਿੱਚ ਪਾਲਣਾ, ਜਿਸ ਤਰ੍ਹਾਂ ਅਸੀਂ ਅੱਜ ਫੈਲੋ, ਕਾਓ, ਡੋਗ, ਜਿਸ ਤਰ੍ਹਾਂ ਅੱਜ ਅਸੀਂ ਨਾ ਡੋਮੈਸਟਿਕ ਸਾਰੇ ਕੀ ਆ ਡੋਮੈਸਟਿਕ ਐਨੀਮਲਸ ਹੈਗੇ ਆ। ਉਸ ਸਮੇਂ ਡੋਮੈਸਟਿਕ ਐਨੀਮਲਸ ਕਿਹੜੇ ਸੀਗੇ ਸਟੂਡੈਂਟ, ਉਹਨਾਂ ਦੇ ਕਾਓ ਸੀਗੇ, ਹਾਰਸ, ਸ਼ੀਪ, ਗੋਟ, ਐਸ ਐਂਡ ਅਦਰ ਵਾਰ ਰੀਅਰਡ। ਉਹਨਾਂ ਦਾ ਕੀ ਹੈ, ਰੀਅਰਡ ਮਤਲਬ ਹੁੰਦਾ ਪਾਲਣ ਪੋਸ਼ਣ ਕਰਨਾ, ਉਹਨਾਂ ਨੂੰ ਘਰੇ ਰੱਖਿਆ ਜਾਂਦਾ ਸੀਗਾ। ਕਾਓ ਵਾਜ਼ ਦੀ ਮੋਸਟ ਇੰਪੋਰਟੈਂਟ, ਸਭ ਤੋਂ ਮੋਸਟ ਇੰਪੋਰਟੈਂਟ ਐਨੀਮਲ ਉਹਨਾਂ ਦਾ ਕੀ ਸੀਗਾ ਸਟੂਡੈਂਟ, ਕਾਓ। ਹੁਣ ਵੀ ਤੁਸੀਂ ਦੇਖਦੇ ਹੋ ਬੇਟਾ ਜਿਹੜੇ ਹਿੰਦੂ ਰਿਲੀਜਨ ਨੂੰ ਮੋਸਟਲੀ ਲੋਕ ਬਿਲੋਂਗ ਕਰਦੇ ਆ ਉਹ ਕੀ ਆ, ਕਾਓ ਨੂੰ ਪ੍ਰੈਫਰੈਂਸ ਵੱਧ ਦਿੰਦੇ ਆ, ਓਕੇ। ਮੈਨੀ ਏ ਟਾਈਮ ਦੀ ਪ੍ਰਾਈਸਿਸ ਆਫ ਵੇਰੀਅਸ ਥਿੰਗਸ ਵਰ ਫਿਕਸਡ ਇਨ ਦੀ ਟਰਮ ਆਫ ਕਾਓ ਪ੍ਰੋਬੇਬਲੀ। ਸਟੂਡੈਂਟ ਉਹ ਜਿਹੜੇ ਜਾਂ ਪ੍ਰਾਈਸਿਸ ਦੀ ਗੱਲ ਕਰਦੇ ਆ ਨਾ, ਕੀਮਤਾਂ, ਕਿਸੇ ਵੀ ਚੀਜ਼ ਦੀਆਂ ਕੀਮਤਾਂ ਹੈ ਨਾ, ਉਹ ਕਿਹਦੇ ਅਕੋਰਡਿੰਗ ਫਿਕਸ ਕੀਤੀਆਂ ਜਾਂਦੀਆਂ ਸੀਗੀਆਂ, ਕਾਓ ਪ੍ਰੋਬੇਬਲੀ, ਜਿਹੜੀ ਗਾਵਾਂ ਕਾਓ ਆ ਉਹਨਾਂ ਦੀ ਗਿਣਤੀ ਦੇ ਅਕੋਰਡਿੰਗ, ਕਾਊਂਟਿੰਗ ਦੇ ਅਕੋਰਡਿੰਗ ਸੀਗੀ ਉਹਨਾਂ ਦੀ ਕੀ ਆ ਫਿਕਸ ਕੀਤੀਆਂ ਜਾਂਦੀਆਂ ਸੀ ਕੀਮਤਾਂ। ਬਿਕੋਜ਼ ਦੀ ਕੋਇਨਸ, ਇੱਕ ਧਿਆਨ ਦੇਣਾ ਬੇਟਾ ਗੱਲ ਜਿਹੜੀ, ਉਦੋਂ ਕੋਇਨਸ ਨਹੀਂ ਹੁੰਦੇ ਸੀਗੇ, ਸਿੱਕੇ ਨਹੀਂ ਹੁੰਦੇ ਸੀ, ਮਨੀ ਨਹੀਂ ਹੁੰਦੀ ਸੀ ਸਪੋਜ਼, ਓਕੇ। ਬਿਕੋਜ਼ ਉਦੋਂ ਕੀ ਹੁੰਦੇ ਸਟੂਡੈਂਟ, ਉਹ ਕੀ ਕਰਦੇ ਸੀਗੇ, ਬਾਰਟਰ ਸਿਸਟਮ ਚੱਲਦਾ ਸੀ, ਉਹ ਚੀਜ਼ਾਂ ਨੂੰ ਮਤਲਬ ਵਟਾਂਦਰਾ ਕਹਿ ਸਕਦੇ ਇੱਕ ਤਰ੍ਹਾਂ ਦਾ, ਹੈ ਨਾ, ਓਕੇ। ਬਿਕੋਜ਼ ਕੋਇਨਸ ਵਾਰ ਨਾਟ ਯੂਜ਼ਡ ਐਜ਼ ਜੈਟ, ਹਜੇ ਤੱਕ ਕੋਇਨਸ ਨਹੀਂ ਯੂਜ਼ ਹੋਏ ਸੀ ਸਟੂਡੈਂਟ। ਉਦੋਂ ਕੀ ਸੀਗਾ, ਬਿਜ਼ਨਸ ਟ੍ਰਾਂਸੈਕਸ਼ਨ ਸੀਗੀ, ਕਿਹੜੀ ਸੀਗੀ, ਬਾਰਟਰ ਸਿਸਟਮ ਚੱਲਦਾ ਸੀ, ਠੀਕ ਆ। ਜਿਵੇਂ ਕਿਸੇ ਤੋਂ ਅਸੀਂ ਕੋਈ ਚੀਜ਼ ਲੈ ਲਈ, ਉਹਦੇ ਬਦਲੇ ਆਪਾਂ ਕਿਸੇ ਨੂੰ ਕੋਈ ਚੀਜ਼ ਦੇ ਦਿੰਦੇ ਹਾਂ, ਓਕੇ। ਜਿਸ ਤਰ੍ਹਾਂ ਕੋਈ ਕਿਸੇ ਤੇ ਬੇਟਾ ਕੰਮ ਕਰਨ ਜਾਂਦਾ ਹੈ ਨਾ, ਉਸ ਨੂੰ ਆਪਾਂ ਪੈਸੇ ਨਾ ਦੇਈਏ, ਅਨਾਜ ਦੇ ਦਈਏ ਉਹਦੇ ਬਦਲੇ, ਡਨ, ਇਹ ਸਿਸਟਮ ਚੱਲਦਾ ਸੀ। ਆਰਟੀਸ਼ੀਅਨ ਲਾਈਕ ਬਲੈਕ ਸਮਿਥ, ਜੇ ਕਲਾ ਦੀ ਗੱਲ ਕਰਦੇ ਹਾਂ ਬੇਟਾ, ਬਲੈਕ ਸਮਿਥ ਸੀਗਾ, ਲੋਹਾਰ ਹੁੰਦੇ ਆ, ਚੈਰਟ ਮੇਕਰ ਰੱਥ ਜਿਹੜੇ ਬਣਾਉਂਦੇ ਆ, ਕਾਰਪੈਂਟਰ ਤਰਖਾਣ ਆ ਜਾਂਦੇ ਆ, ਵੇਵਰ ਬੁਣਨ ਵਾਲੇ, ਪੋਟਰ ਸਟੂਡੈਂਟ ਉਹ ਹੁੰਦੇ ਆ ਜਿਹੜੇ ਪੋਟਰੀ ਦਾ ਕੰਮ ਕਰਦੇ ਆ। ਪੋਟਰੀ ਦਾ ਕੰਮ ਕਿਵੇਂ, ਜਿਹੜੇ ਮਿੱਟੀ ਦੇ ਭਾਂਡੇ ਬਣਾਉਂਦੇ ਆ, ਓਕੇ। ਫੋਰਮਡ ਐਂਡ ਇੰਪੋਰਟੈਂਟ ਪਾਰਟ ਆਫ ਦੀ ਵੈਦਿਕ ਇਕੋਨੋਮਿਕ ਲਾਈਫ, ਜਿਨ੍ਹਾਂ ਦਾ ਕੀ ਆ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਸੀਗਾ ਇਕੋਨੋਮਿਕ ਫੀਲਡ ਦੇ ਵਿੱਚ ਵੈਦਿਕ ਲੋਕਾਂ ਸਮੇਂ। ਦੇ ਵਰ ਰਿਸਪੈਕਟਡ ਫੋਰ ਦੇਅਰ ਸਕਿੱਲਸ, ਉਹਨਾਂ ਨੂੰ ਉਹਨਾਂ ਸਕਿੱਲ ਦੇ ਅਕੋਰਡਿੰਗ ਰਿਸਪੈਕਟ ਦਿੱਤੀ ਜਾਂਦੀ ਸੀ, ਓਕੇ। ਸੋਸਾਇਟੀ ਡਿਪੈਂਡਡ ਔਨ ਦੇਮ ਫਾਰ ਦੇਅਰ ਡੇਲੀ ਨੀਡਸ, ਸਟੂਡੈਂਟ ਹਰੇਕ ਦੀਆਂ ਵੱਖਰੀਆਂ ਜ਼ਰੂਰਤਾਂ ਸੀਗੀਆਂ,
ਸਾਰੇ ਕੀ ਸੀ, ਇੱਕ ਦੂਸਰੇ 'ਤੇ ਡਿਪੈਂਡ ਸੀ। ਸਪੋਜ਼ ਕੋਈ ਪਰਸਨ ਕੋਈ ਦੇਖੋ ਅਨਾਜ ਨੂੰ ਗਰੋ ਕਰ ਲਿਆ ਹੈ ਨਾ, ਉਹ ਅਨਾਜ ਗਰੋ ਕਰ ਲਿਆ ਲਾਈਕ ਵੀਟ ਐਂਡ ਰਾਈਸ ਜਾਂ ਅਦਰ ਪਲਸਿਸ ਦੀ ਗੱਲ ਕਰਾਂਗੇ ਹੈ ਨਾ, ਠੀਕ ਆ। ਲਾਈਕ ਆਪਾਂ ਯੂਜ਼ ਵੇਵਰ ਹੈਗੇ ਆ, ਵੇਵਰ ਕੱਪੜਾ ਬੁਣਨ ਵਾਲੇ, ਜਿਸ ਤਰ੍ਹਾਂ ਅੱਜ ਵੀ ਲਾਈਕ ਪੋਟਰ ਨਾ, ਭਾਂਡੇ ਮਿੱਟੀ ਦੇ ਭਾਂਡੇ ਯੂਜ਼ ਹੁੰਦੇ ਸੀਗੇ, ਉਹ ਉਹਨਾਂ ਤੋਂ ਭਾਂਡੇ ਲੈ ਲੈਂਦੇ ਸੀ ਸਟੂਡੈਂਟ ਮਿੱਟੀ ਦੇ, ਅਤੇ ਉਹਨਾਂ ਨੂੰ ਅਨਾਜ ਦੇ ਦਿੰਦੇ ਸੀਗੇ। ਇਸ ਤਰ੍ਹਾਂ ਕੀ ਸੀਗਾ, ਸਟੂਡੈਂਟ ਇੱਕ ਦੂਸਰੇ 'ਤੇ ਡਿਪੈਂਡ ਜਿਹੜੇ ਲੋਕ ਸੀਗੇ ਇੱਕ ਦੂਸਰੇ 'ਤੇ ਡਿਪੈਂਡ ਸੀਗੇ। ਟਰੇਡ ਵਾਜ਼ ਆਲਸੋ ਕੈਰੀਡ ਔਨ ਬੋਥ ਬਾਈ ਲੈਂਡ ਰੂਟਸ, ਬਾਈ ਬੋਟਸ ਐਂਡ ਸ਼ਿਪਸ ਐਂਡ ਰਿਵਰ। ਜਿਹੜਾ ਟਰੇਡ ਮਤਲਬ ਜਿਹੜਾ ਵਪਾਰ ਕੀਤਾ ਜਾਂਦਾ ਸੀਗਾ ਛੋਟਾ ਜਿਹਾ ਹੈ ਨਾ, ਕਿਹਦੇ ਥਰੂ ਕੀਤਾ ਜਾਂਦਾ ਸੀਗਾ, ਲੈਂਡ ਦੇ ਥਰੂ ਵੀ ਕਰਦੇ ਸੀਗੇ, ਲੈਂਡ ਰੂਟਸ ਵੀ ਸੀਗੇ ਉਹਨਾਂ ਕੋਲ ਹੈ ਨਾ, ਬੋਟਸ ਵਗੈਰਾ ਯੂਜ਼ ਕਰਦੇ ਸੀਗੇ, ਸ਼ਿਪਸ ਯੂਜ਼ ਕਰਦੇ ਸੀ ਰਿਵਰ ਐਂਡ ਸੀਜ਼ ਦੇ ਵਿੱਚ। ਓਕੇ, ਗਾਂ ਕੀ ਆ ਰਿਲੀਜੀਅਸ ਲਾਈਫ। ਹੁਣ ਅਸੀਂ ਦੇਖਾਂਗੇ ਉਹਨਾਂ ਦੇ ਧਰਮ ਦੀ ਗੱਲ ਕਰਾਂਗੇ। ਦੀ ਰਿਲੀਜੀਅਸ ਬਿਲੀਵਸ ਆਫ ਵੈਦਿਕ ਪੀਪਲ ਵਾਰ ਸਿੰਪਲ। ਜਿਹੜੇ ਰਿਲੀਜੀਅਸ ਵਿਚਾਰ ਸੀਗੇ ਸਟੂਡੈਂਟ ਉਹਨਾਂ ਦੇ ਸਿੰਪਲ ਸੀਗੇ। ਦੇ ਵਾਰ ਵਰਸ਼ਿਪ ਨੇਚਰ, ਉਹ ਕਿਸੇ ਕੁਦਰਤ ਦੀ ਪੂਜਾ ਕਰਦੇ ਸੀਗੇ। ਓਕੇ, ਕੁਦਰਤ ਲਾਈਕ ਨੈਚੁਰਲ ਗੋਡਸ ਦੀ ਪੂਜਾ ਕਰਦੇ ਸੀ, ਕੁਦਰਤੀ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ। ਬਾਏ ਕੰਪੋਜ਼ਿੰਗ ਐਂਡ ਚੈਂਟਿੰਗ ਹਿਮਸ। ਚੈਂਟਿੰਗ ਮਤਲਬ ਹੁੰਦਾ ਮਾਲਾ, ਮਤਲਬ ਸਟੂਡੈਂਟ ਆਪਾਂ ਕਹਿ ਸਕਦੇ ਹਾਂ ਮਾਲਾ ਵਗੈਰਾ ਜਿਵੇਂ ਜਪਦੇ ਹੈਗੇ ਆ, ਠੀਕ ਆ, ਟੂ ਗੋਡ। ਉਹ ਆਪਣੇ ਮਤਲਬ ਗੋਡ ਪਰਮਾਤਮਾ ਨੂੰ ਖੁਸ਼ ਕਰਨ ਲਈ ਉਹਨਾਂ ਦੀ ਪ੍ਰਾਈਸਿਸ ਦੇ ਲਈ ਕੀ ਕੰਪੋਜ਼ ਕਰਦੇ ਸੀਗੇ, ਸ਼ਬਦ ਲਿਖਦੇ ਸੀਗੇ, ਹਿਮਨਸ ਲਿਖਦੇ ਸੀਗੇ। ਇਸ ਤੋਂ ਇਲਾਵਾ ਕੀ ਆ ਚੈਂਟਿੰਗ ਹੈਂਡਸ ਮਤਲਬ ਮਾਲਾ ਫੇਰਦੇ ਸੀ। ਐਂਡ ਆਫਰਡ ਦੀ ਓਬਲੇਸ਼ਨਸ ਸਟੂਡੈਂਟ ਦਾ ਬਲੀ। ਡਿਊਰਿੰਗ ਦੀ ਸੈਕਰੀਫਾਈਸਿਸ ਸਟੂਡੈਂਟ ਉਦੋਂ ਜੱਗ ਕੀਤੇ ਜਾਂਦੇ ਸੀਗੇ, ਠੀਕ ਆ। ਓਬਲੇਸ਼ਨ ਉਦੋਂ ਜਿਹੜੇ ਲੋਕ ਸੀਗੇ ਵਹਿਮਾਂ ਭਰਮਾਂ ਦੇ ਵਿੱਚ ਪਏ ਸੀ, ਆਪਣੇ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਕੀ ਬਲੀ ਦਿੰਦੇ ਸੀ। ਬਲੀ ਕਿਸੇ ਦੀ ਹੋ ਸਕਦੀ, ਐਨੀਮਲਸ ਦੀ ਬਲੀ ਦਿੱਤੀ ਜਾਂਦੀ ਸੀ ਮੋਸਟਲੀ। ਦੇਅਰ ਨਿਊਮਰੀਅਸ ਗੋਡਸ ਰਿਪਰੈਜ਼ੈਂਟਡ ਨੇਚਰ ਫਿਨੋਮੀਨਾ ਅਰਾਊਂਡ ਦੈਮ। ਉਹ ਆਪਣੇ ਆਲੇ ਦੁਆਲੇ ਜੋ ਨੇਚਰ ਸੀਗੀ ਉਹਨੂੰ ਇੱਕ ਤਰ੍ਹਾਂ ਦਾ ਗੋਡ ਸਮਝਦੇ ਸੀਗੇ। ਵੀ ਕੈਨ ਡਿਵਾਈਡ ਇਨਟੂ 3 ਕੈਟਾਗਰੀਜ਼। ਜਿਹੜੀ ਉਹਨਾਂ ਦੀ ਸਟੂਡੈਂਟ ਜਿਹੜੀ ਆਪਾਂ ਧਾਰਮਿਕ ਮਤਲਬ ਵੇ ਸੀਗਾ, ਰਿਲੀਜੀਅਸ ਪਰਪਸ ਸੀਗਾ ਹੈ ਨਾ, ਉਹਨਾਂ ਨੂੰ 3 ਕੈਟਾਗਰੀਜ਼ ਦੇ ਵਿੱਚ ਵੰਡਾਂਗੇ। ਟੈਰਿਸਟਰੀਅਲ ਗੋਡਸ ਸਟੂਡੈਂਟ ਹੁੰਦੇ ਆ ਪ੍ਰਿਥਵੀ ਦੇ ਨਾਲ ਰਿਲੇਟਡ ਜੋ ਹੁੰਦੇ ਆ, ਠੀਕ ਆ, ਲਾਈਕ ਪ੍ਰਿਥਵੀ ਆ ਗਈ, ਓਕੇ, ਅਗਨੀ ਆ ਗਈ। ਇਸ ਤੋਂ ਇਲਾਵਾ ਟੈਰਿਸਟਰੀਅਲ ਗੋਡਸ ਕਿਹੜੇ ਆ ਸਟੂਡੈਂਟ, ਪ੍ਰਿਥਵੀ ਅਰਥ ਨਾਲ ਰਿਲੇਟਡ ਆ, ਅਗਨੀ ਫਾਇਰ ਨਾਲ ਰਿਲੇਟਡ ਆ, ਸੋਮ ਇਹ ਸੋਮ ਸਟੂਡੈਂਟ ਇੱਕ ਸਪੈਸ਼ਲ ਪਲਾਂਟ ਆ, ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਸੋਮ ਇਜ਼ ਅ ਸਪੈਸ਼ਲ ਪਲਾਂਟ ਹੂਜ਼ ਯੂਜ਼ ਵਾਜ਼ ਯੂਜ਼ਡ ਟੂ ਡਰਿੰਕ, ਜਿਹਦਾ ਕਿ ਉਹ ਯੂਜ਼ ਕਰਦੇ ਸੀਗੇ ਡਰਿੰਕ ਦੇ ਰੂਪ ਵਿੱਚ, ਇੱਕ ਤਰ੍ਹਾਂ ਯੂਜ਼ ਕਰਦੇ ਸੀ ਸਪੈਸ਼ਲ ਓਕੇਜ਼ਨ ਦੇ ਉੱਪਰ। ਓਕੇ, ਇਸ ਤੋਂ ਇਲਾਵਾ ਆਟਮੋਸਫੈਰਿਕ ਗੋਡਸ ਹੈ ਨਾ, ਲਾਈਕ ਇੰਦਰਾ ਹੋ ਗਿਆ ਸਟੂਡੈਂਟ। ਇੰਦਰਾ ਕਿਹਨੂੰ ਕੰਸੀਡਰ ਕੀਤਾ ਜਾਂਦਾ ਸਟੂਡੈਂਟ, ਥੰਡਰ ਤੂਫਾਨ ਦੀ ਗੱਲ ਕਰਦੇ ਹਨ, ਰੇਨ ਮੀਂਹ ਹਨੇਰੀ ਹੈ ਨਾ, ਇਸ ਤਰ੍ਹਾਂ ਇੰਦਰਾ ਨੂੰ ਕੰਸੀਡਰ ਕੀਤਾ ਜਾਂਦਾ ਸੀਗਾ। ਐਂਡ ਵਾਯੂ ਐਂਡ ਮਾਰੂਤ। ਓਕੇ, ਜੇ ਫਸਟ ਨੈਕਸਟ ਗੱਲ ਕਰਦੇ ਹਾਂ ਹੈਵਨਲੀ ਗੋਡਸ ਸੀਗੇ ਵਰੁਣ, ਸੂਰਿਆ, ਭੂਸ਼ਣ, ਵਿਸ਼ਨੂੰ, ਅਸ਼ਵਨੀ। ਓਕੇ, ਇਹ ਸਟੂਡੈਂਟ ਕੀ ਸੀ, ਹੈਵਨਲੀ ਗੋਡ ਸੀ। ਇਹਨਾਂ ਨੂੰ ਚੰਗੀ ਤਰ੍ਹਾਂ ਬੇਟਾ ਯਾਦ ਕਰਨਾ ਹੈਗਾ। ਬਿਸਾਈਡ ਆਫ ਦੀਜ਼ ਦੇਅਰ ਵਰ ਅਦਰ ਗੋਡ ਸੀਗੇ, ਲਾਈਕ ਵਰੁਣ ਆ ਗਿਆ ਬੇਟਾ, ਵਰੁਣ ਐਂਡ ਇੰਦਰਾ ਵਰ ਦੀ ਮੋਸਟ ਇੰਪੋਰਟੈਂਟ ਸੀਗੇ ਗੁੱਡ ਡਿਊਰਿੰਗ ਦੀ ਰਿਗਵੇਦਿਕ ਪੀਰੀਅਡ ਦੇ ਵਿੱਚ। ਸਭ ਤੋਂ ਇੰਪੋਰਟੈਂਟ ਕਿਹੜੇ ਸੀ ਬੇਟਾ, ਵਰੁਣਾ ਐਂਡ ਇੰਦਰਾ। ਨੈਕਸਟ ਅਸੀਂ ਗੱਲ ਕਰਾਂਗੇ ਵੇਦ ਪੀਰੀਅਡ ਵੈਨ ਏ ਨੰਬਰ ਆਫ ਨਿਊ ਗੋਡਸ ਵਰ ਐਡਡ। ਹੌਲੀ ਹੌਲੀ ਬੇਟਾ ਜਦੋਂ ਵੇਖੋ ਪਹਿਲਾਂ ਹੈਗਾ ਉੱਤੇ ਆਪਾਂ ਪਹਿਲਾਂ ਹੀ ਗੱਲ ਕੀਤੀ ਸੀਗੀ ਆਰੰਭਿਕ ਵੇਦਿਕ ਕਾਲ ਦੀ ਗੱਲ ਕੀਤੀ ਆ। ਨੈਕਸਟ ਕੀ ਆ, ਜਿਹਨੂੰ ਲੇਟਰ ਵੇਦਿਕ ਪੀਰੀਅਡ ਕਿਹਾ ਜਾਂਦਾ, ਉਹਦੇ ਵਿੱਚ ਕੀ ਆ ਨਿਊ ਗੋਡਸ ਹੋਰ ਕੰਸੀਡਰ ਕੀਤੇ ਗਏ ਹੈਗੇ ਆ। ਦੀ ਰਿਲੀਜੀਅਸ ਸੈਕਰੀਫਾਈਸ ਦੈਟ ਵਰ ਸਿੰਪਲ ਡਿਊਰਿੰਗ ਦੀ ਰਿਗਵੇਦਿਕ ਪੀਰੀਅਡ ਬਿਕੋਜ਼ ਦੇ ਐਲੈਬੋਰੇਟ ਐਂਡ ਐਕਸਪੈਂਸਿਵ ਐਂਡ ਦੀ ਵੇਦਿਕ ਪੀਰੀਅਡ, ਠੀਕ ਆ, ਲੇਟਰ ਵੇਦਿਕ ਪੀਰੀਅਡ। ਜੇ ਆਪਾਂ ਫਸਟ ਆਫ ਆਲ ਜੇ ਆਪਾਂ ਗੱਲ ਕਰਦੇ ਹਾਂ ਰਿਗਵੇਦਿਕ ਪੀਰੀਅਡ ਦੀ ਬੇਟਾ ਗੱਲ ਕਰਦੇ ਹਾਂ, ਅਰਲੀਅਰ ਵੇਦਿਕ ਪੀਰੀਅਡ ਜਿਹਨੂੰ ਬੋਲਿਆ ਜਾਂਦਾ, ਉਹਦੇ ਵਿੱਚ ਜੋ ਆਹ ਸੀਗਾ ਸੈਕਰੀਫਾਈਸ ਜੱਗ ਹੁੰਦੇ ਸੀਗੇ ਹੈ ਨਾ, ਬਲੀਆਂ ਦਿੱਤੀਆਂ ਜਾਂਦੀਆਂ ਸੀ, ਇਹ ਕਾਮਨ ਸੀ, ਜ਼ਿਆਦਾ ਨਹੀਂ ਸੀਗਾ, ਬਟ ਮੋਰ ਐਲੈਬੋਰੇਟ ਹੋ ਗਿਆ ਐਂਡ ਐਕਸਪੈਂਸਿਵ ਹੋ ਗਿਆ ਲੇਟਰ ਵੇਦਿਕ ਉੱਤਰ ਵੇਦਿਕ ਕਾਲ ਦੇ ਵਿੱਚ। ਨੈਕਸਟ ਕੀ ਆ, ਸੈਕਰੀਫਾਈਸ ਅਕਪਿਡ ਏ ਇੰਪੋਰਟੈਂਟ ਪਲੇਸ ਇਨ ਅਰਲੀ ਵੇਦਿਕ ਰਿਥ। ਜਿਹੜਾ ਸੈਕਰੀਫਾਈਸ ਜੱਗ ਵਗੈਰਾ ਹੁੰਦੇ ਸੀ ਬਹੁਤ ਜ਼ਿਆਦਾ ਇਹਨੂੰ ਇੰਪੋਰਟੈਂਸ ਦਿੱਤੀ ਜਾਂਦੀ ਸੀਗੀ ਪੁਰਾਣੇ ਵੇਦਿਕ ਸਮੇਂ ਵਿੱਚ।
बहुत ज़्यादा इंपॉर्टेंट की सी सैक्रीफाइस जग की जाती सैक्रीफाइस इनकलूडड ऑफरिंग ऑफ मिल्क सैक्रीफाइस ਦੇ ਵਿੱਚ ਕਿਸੇ ਵੀ ਮਤਲਬ ਦੇਵੀ ਦੇਵਤੇ ਨੂੰ ਮਿਲਕ ਪ੍ਰੋਵਾਈਡ ਕੀਤਾ ਜਾਂਦਾ ਗਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਘੀ ਐਂਡ ਕਿਹਦੀ ਕੀ ਸੀਗੀ ਐਨੀਮਲਸ ਦੀ ਬਲੀ ਦਿੱਤੀ ਜਾਂਦੀ ਸੀ ਠੀਕ ਆ ਆਪਣੇ ਉਹ ਗੋਡ ਮਤਲਬ ਦੇਵੀ ਦੇਵਤੇ ਨੂੰ ਖੁਸ਼ ਕਰਨ ਲਈ ਇਹ ਕਰਦੇ ਸੀ ਸਾਰਾ ਕੁਛ ਓਕੇ ਬਿਕੋਜ਼ ਨੋ ਸੈਕਰੀਫਾਈਸ ਕੁਡ ਪਰਫੋਰਮਡ ਵਿਦਾਊਟ ਆਫਰਿੰਗ ਟੂ ਹੈਮ ਜਿਹੜੀ ਅਗਨੀ ਸੀ ਬੇਟਾ ਅਗਨੀ ਗੋਡ ਮਤਲਬ ਅਗਨੀ ਦੇਵਤਾ ਸਭ ਤੋਂ ਇੰਪੋਰਟੈਂਟ ਸੀਗਾ ਕੋਈ ਵੀ ਸੈਕਰੀਫਾਈਸ ਉਹਦੇ ਬਿਨਾਂ ਕੰਪਲੀਟ ਨਹੀਂ ਸੀ ਕੀਤਾ ਜਾ ਸਕਦਾ ਸੋ ਇਹਨੂੰ ਵੱਧ ਪ੍ਰੈਫਰੈਂਸ ਦਿੰਦੇ ਸੀਗੇ ਨੈਕਸਟ is ਸਾਇੰਸ ਐਂਡ ਟੈਕਨੋਲੋਜੀ ਦੀ ਬੇਟਾ ਗੱਲ ਕਰਾਂਗੇ ਜੇ ਸਾਇੰਸ ਐਂਡ ਟੈਕਨੋਲੋਜੀ ਬੇਟਾ ਤੁਸੀਂ ਇਹ ਨਾ ਸੋਚੋ ਅੱਜ ਅਸੀਂ ਮੋਬਾਈਲ ਫੋਨ ਯੂਜ਼ ਕਰ ਰਹੇ ਹਾਂ ਠੀਕ ਆ ਲੈਪਟਾਪ ਕੰਪਿਊਟਰ ਪੀਸੀ ਵਗੈਰਾ ਇਹ ਕੁਛ ਨਹੀਂ ਸੀਗਾ ਉਹਨਾਂ ਦੀ ਸਾਇੰਸ ਐਂਡ ਟੈਕਨੋਲੋਜੀ ਸਿਰਫ ਇੱਕ ਕੰਸੀਡਰ ਮਤਲਬ ਇੱਕ ਸੋਚਣ ਸ਼ਕਤੀ ਸੀਗੀ ਠੀਕ ਆ we get some useful information from the Vedic literature about the knowledge of science and technology during this period ਸਾਨੂੰ ਬੇਟਾ ਵੈਦਿਕ ਜਿਹੜਾ ਲਿਟਰੇਚਰ ਪੜ੍ਹਿਆ ਸਾਹਿਤ ਪੜ੍ਹਿਆ ਉਸ ਤੋਂ ਉਸ ਸਮੇਂ ਦੇ ਸਾਇੰਸ ਐਂਡ ਟੈਕਨੋਲੋਜੀ ਬਾਰੇ ਵੀ ਪਤਾ ਲੱਗਦਾ ਹੈਗਾ ਕੀ ਸੀ ਮੈਥਾਮੈਟਿਕਸ ਐਂਡ ਇਟ ਇਜ਼ ਬ੍ਰਾਂਚਸ ਮੈਥਾਮੈਟਿਕਸ ਮੇਨ ਕੀ ਸੀ ਮੈਥਾਮੈਟਿਕਸ ਸੀਗਾ ਉਹਦੀਆਂ ਬ੍ਰਾਂਚਸ ਸੀਗੀਆਂ ਲਾਈਕ ਅਲਜਬਰਾ ਬੀਜਗਣਿਤ ਹੈ ਨਾ ਜਿਓਮੈਟਰੀ ਆ ਗਈ ਟ੍ਰਿਗਨੋਮੈਟਰੀ ਆ ਗਈ ਓਕੇ ਇਹ ਤਿੰਨੋਂ ਚੀਜ਼ਾਂ ਬੇਟਾ ਯੂਜ਼ ਹੁੰਦੀਆਂ ਸੀ ਵਾਰ ਹੈਵਲੀ ਐਡਵਾਂਸਡ ਕਿਉਂਕਿ ਬੇਟਾ ਹਿਸਾਬ ਕਿਤਾਬ ਤਾਂ ਪਹਿਲਾਂ ਤੋਂ ਹੀ ਚੱਲਦਾ ਆ ਰਿਹਾ ਹੈ ਨਾ ਐਸਟਰੋਨੋਮੀ ਐਂਡ ਐਸਟਰੋਲੋਜੀ ਵਰ ਆਲਸੋ ਨੋਨ ਐਜ਼ ਐਸਟਰੋਨੋਮੀ ਐਂਡ ਐਸਟਰੋਲੋਜੀ ਸੀ ਸਟੂਡੈਂਟ ਓਕੇ ਵੈਦਿਕ ਪੀਰੀਅਡ ਜੇ ਆਪਾਂ ਗੱਲ ਕਰਦੇ ਹਾਂ ਐਸਟਰੋਲੋਜੀ ਕੀ ਹੈ ਜੋਤਿਸ਼ ਵਿੱਦਿਆ ਹੁੰਦੀ ਆ ਐਸਟਰੋਨੋਮੀ ਖਗੋਲ ਮਤਲਬ ਜਿਵੇਂ ਗ੍ਰਹਿਆਂ ਦੀ ਗੱਲ ਕਰਦੇ ਹਾਂ ਪਲੈਨਟ ਦੀ ਗੱਲ ਕਰਦੇ ਹੈਗੇ ਆ ਠੀਕ ਆ ਉਦੋਂ ਇਹਨਾਂ ਨੂੰ ਵੀ ਨੌਲੇਜ ਸੀਗੀ ਜਿਵੇਂ ਆਪਾਂ ਪਲੈਨਟ ਦੀ ਗੱਲ ਕੀਤੀ ਆ ਕਿ ਜਿਹੜੀ ਅਰਥ ਆ ਹੈ ਨਾ ਸਨ ਦੇ ਦੁਆਲੇ ਰਿਵੋਲਵ ਕਰਦੀ ਹੈਗੀ ਆ ਉਹ ਕੀ ਐਸਟਰੋਨੋਮੀ ਦੇ ਵਿੱਚ ਕੰਸੀਡਰ ਕੀਤਾ ਜਾਂਦਾ ਵੈਦਿਕ ਪੀਪਲ ਕੁਡ ਕੈਲਕੂਲੇਟ ਮੂਵਮੈਂਟ ਆਫ ਪਲਾਂਟਸ ਜਿਹੜੀ ਪਲਾਂਟਸ ਦੀ ਮੂਵਮੈਂਟਸ ਆ ਹੈ ਨਾ ਜਿਸ ਤਰ੍ਹਾਂ ਆਪਾਂ ਲਾਸਟ ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ ਜਿਹੜੇ ਪਲੈਨਟ ਹੈਗੇ ਆ ਉਹਦੇ ਸਨ ਦੇ ਦੁਆਲੇ ਰਾਈਜ਼ ਕਰਦੇ ਹੈਗੇ ਆ ਉਹ ਸਾਰੀਆਂ ਚੀਜ਼ਾਂ ਕੀ ਸੀਗੀਆਂ ਕੈਲਕੂਲੇਟ ਕੀਤੀਆਂ ਜਾਂਦੀਆਂ ਸੀਗੀਆਂ ਪਲੈਨਟ ਲਿਖਿਆ ਬੇਟਾ ਪਲਾਂਟਸ ਓਕੇ ਪਲਾਂਟਸ ਦੀ ਗੱਲ ਕੀਤੀ ਹੈ ਤੇ ਮੂਵਮੈਂਟ ਆਫ ਪਲਾਂਟਸ ਵੈਦਿਕ ਪੀਪਲ ਕੁਡ ਕੈਲਕੂਲੇਟ ਦੀ ਮੂਵਮੈਂਟ ਆਫ ਪਲਾਂਟਸ ਐਂਡ ਅਕਰੈਂਸ ਆਫ ਦੀ ਇਕਲਿਪਸ ਆਫ ਦੀ ਸਨ ਐਂਡ ਮੂਨ ਅਤੇ ਉਹਨਾਂ ਨੂੰ ਬੇਟਾ ਹਾਂ ਇੱਥੇ ਆਪਣਾ ਕਨਸੈਪਟ ਕਲੀਅਰ ਕਰਦੇ ਆਪਾਂ ਮੂਵਮੈਂਟ ਆਫ ਪਲਾਂਟਸ ਜਿਹੜੀ ਪਲਾਂਟਸ ਦੀ ਮੂਵਮੈਂਟ ਸੀਗੀ ਉਹਦੇ ਤੋਂ ਕੀ ਉਹ ਅੰਦਾਜ਼ਾ ਲਾਉਂਦੇ ਸੀ ਬੇਟਾ ਇਕਲਿਪਸ ਹੁੰਦਾ ਗ੍ਰਹਿਣ ਸੂਰਜ ਗ੍ਰਹਿਣ ਅਤੇ ਚੰਨ ਗ੍ਰਹਿਣ ਦੀ ਜੇ ਗੱਲ ਕਰਦੇ ਤੁਸੀਂ ਅੱਜ ਵੀ ਸੁਣਿਆ ਹੋਣਾ ਠੀਕ ਆ ਪਲਾਂਟਸ ਦੀ ਮੂਵਮੈਂਟਸ ਤੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਸੀਗਾ ਠੀਕ ਆ ਜਦੋਂ ਸੂਰਜ ਗ੍ਰਹਿਣ ਲੱਗਦਾ ਹੈਗਾ ਠੀਕ ਆ ਸਨ ਇਕਲਿਪਸ ਹੁੰਦਾ ਹੈਗਾ ਜਿਹੜੀ ਰੋਸ਼ਨੀ ਹੁੰਦੀ ਹੈ ਕੋਈ ਵੀ ਟਰੀ ਆ ਉਹਦੀ ਰੋਸ਼ਨੀ ਚੇਂਜ ਹੋ ਜਾਂਦੀ ਹੈ ਬੇਟਾ ਆਪਾਂ ਕਿਤੇ ਗੌਰ ਨਹੀਂ ਕੀਤੀ ਇਹਨਾਂ ਚੀਜ਼ਾਂ ਧਿਆਨ ਦਿਓ ਜਦੋਂ ਕੋਈ ਵੀ ਸਨ ਇਕਲਿਪਸ ਹੁੰਦਾ ਮਤਲਬ ਸਨ ਗ੍ਰਹਿਣ ਲੱਗਦਾ ਹੈਗਾ ਸੂਰਜ ਗ੍ਰਹਿਣ ਜਿਹਨੂੰ ਬੋਲਿਆ ਜਾਂਦਾ ਜਿਹੜੀ ਰੋਸ਼ਨੀ ਉਹਨਾਂ ਚੇਂਜ ਹੋ ਜਾਂਦੀ ਹੈਗੀ ਹੈ ਨਾ ਨੈਕਸਟ ਕੀ ਹੈ ਰੋਟੇਸ਼ਨ ਆਫ ਅਰਥ ਔਨ ਇਟਸ ਐਕਸਿਸ ਉਹਨਾਂ ਨੂੰ ਇਹ ਵੀ ਪਤਾ ਸੀਗਾ ਜਿਹੜੀ ਅਰਥ ਹੈ ਨਾ ਆਪਣੇ ਧੁਰੇ ਦੁਆਲੇ ਘੁੰਮਦੀ ਹੈਗੀ ਐਂਡ ਅਰਾਊਂਡ ਦੀ ਸਨ ਵੀ ਇਹਦੇ ਬਾਰੇ ਵੀ ਨੌਲੇਜ ਸੀਗੀ ਦੀ ਮੈਡੀਕਲ ਸਾਇੰਸ ਦੀ ਗੱਲ ਕਰਦੇ ਹਾਂ ਵਾਰ ਕਾਲਡ ਜਿਹੜਾ ਮੈਡੀਕਲ ਸਾਇੰਸ ਯੂਜ਼ ਹੁੰਦਾ ਸੀ ਉਸ ਸਮੇਂ ਉਹਨੂੰ ਕੀ ਕਹਿੰਦੇ ਸੀ ਆਯੁਰਵੇਦ ਜਿਹੜਾ ਅੱਜ ਵੀ ਯੂਜ਼ ਹੁੰਦਾ ਗਾ ਮੋਸਟਲੀ ਲੋਕ ਆਯੁਰਵੇਦਿਕ ਜਿਹੜੀਆਂ ਮੈਡੀਸਨ ਯੂਜ਼ ਕਰਦੇ ਹੈਗੇ ਆ ਐਂਡ ਵਾਰ ਫੇਅਰਲੀ ਐਡਵਾਂਸਡ ਆਯੁਰਵੇਦ ਕੀ ਸੀਗਾ ਬਹੁਤ ਜ਼ਿਆਦਾ ਐਡਵਾਂਸਡ ਸੀਗਾ ਇਸ ਵਿੱਚ ਨੈਕਸਟ ਬੇਟਾ ਪੁਆਇੰਟ ਟੂ ਬੀ ਰਿਮੈਂਬਰ ਦੈਟ ਇਜ਼ ਮੋਸਟ ਇੰਪੋਰਟੈਂਟ ਆਰੀਅਨਸ ਵਾਰ ਓਰੀਜਨਲ ਇਨਹੈਬੀਟੈਂਟਸ ਆਫ ਪੰਜਾਬ ਦੀ ਆਪਾਂ ਗੱਲ ਕਰਦੇ ਹਾਂ ਆਰੀਅਨ ਦੀ ਆਪਾਂ ਪੰਜਾਬ ਦੀ ਨਾਲ ਗੱਲ ਕਰਾਂਗੇ ਜਿਹੜਾ ਆਰੀਅਨਸ ਲੋਕ ਸਭ ਤੋਂ ਪਹਿਲਾਂ ਕਿੱਥੇ ਆਏ ਆ ਵਿਰਾਸਤੀ ਲੋਕ ਪੰਜਾਬ ਦੇ ਵਿੱਚ ਸੀਗੇ ਠੀਕ ਆ ਵੇਰੀਅਸ ਟ੍ਰਿਬਲ ਕਿਉਂਕਿ ਸ਼ੁਰੂ ਪੰਜਾਬ 'ਚ ਹੋਇਆ ਸਟੂਡੈਂਟ ਇਹਨਾਂ ਦੇ ਕਬੀਲੇ ਹੌਲੀ ਹੌਲੀ ਕੋਈ ਵੀ ਗਰੁੱਪ ਜਿਹੜਾ ਆਇਆ ਬਟ ਇਹਨਾਂ ਨੇ ਜਿਹੜੀ ਐਡਵਾਂਸਮੈਂਟ ਇੱਥੇ ਆ ਕੀਤੀ ਹੈ ਵੇਰੀਅਸ ਟ੍ਰਿਬਲ ਰੂਲਰਸ ਆਫ ਵੈਦਿਕ ਪੀਰੀਅਡਸ ਕਿੰਗ ਵਾਜ਼ ਕਾਲਡ ਰਾਜਨ ਜਿਹੜਾ ਸੀਗਾ ਟ੍ਰਿਬਲ ਰੂਲਰ ਹੁੰਦਾ ਸੀ ਬੇਟਾ ਉਹਨੂੰ ਕਿੰਗ ਬੋਲਿਆ ਜਾਂਦਾ ਸੀ ਉਹਨੂੰ ਰਾਜਨ ਅੱਗੇ ਕੀ ਹੈ ਰਾਜਨ ਬੋਲਿਆ ਜਾਂਦਾ ਸੀਗਾ ਦੀ ਸੋਸਾਇਟੀ ਵਾਜ਼ ਡਿਵਾਈਡਡ ਇਨਟੂ ਫੋਰ ਵਰਨਾਂ ਦੇ ਵਿੱਚ ਵੰਡੇ ਹੋਏ ਸੀਗੇ ਵਰਨ ਵੀ ਬੋਲ ਸਕਦੇ ਨੇ ਕਾਸਟ ਵੀ ਬੋਲ ਸਕਦੇ ਬ੍ਰਾਹਮਣ ਕਸ਼ਤਰੀ ਵੈਸ਼ ਐਂਡ ਸ਼ੂਦਰ ਸਭਾ ਐਂਡ ਸੰਮਤੀ ਦੋ ਬੋਡੀਜ਼ ਸੀਗੀਆਂ ਜੋ ਕਿ ਕਿੰਗ ਦੀ ਹੈਲਪ ਕਰਦੀਆਂ ਸੀ ਓਕੇ ਵੂਮੈਨਸ ਇੰਜੋਇਡ ਅ ਲੋਟ ਰਿਸਪੈਕਟ ਜਿਹੜੀਆਂ ਵੂਮੈਨਸ ਪ੍ਰੋਪਰਲੀ ਇੰਜੋਏ ਕਰਦੀਆਂ ਸੀਗੀਆਂ ਆਪਣੀ ਲਾਈਫ ਲੋਟ ਆਫ ਰਿਸਪੈਕਟ ਮਿਲਦੀ ਸੀ ਉਹਨਾਂ ਨੂੰ ਆਜ਼ਾਦੀ ਸੀਗੀ ਸੋਸਾਇਟੀ ਦੇ ਵਿੱਚ ਫਰੀडम ਸਿੰਘ ਐਂਡ ਇਨ ਦੀ ਸੋਸਾਇਟੀ ਇਨ ਵੈਦਿਕ ਪੀਰੀਅਡ ਠੀਕ ਹੈ ਜਿਹੜੀਆਂ ਔਰਤਾਂ ਸੀਗੀਆਂ ਪ੍ਰੋਪਰਲੀ ਫਰੀडम ਸੀਗੀਆਂ ਇਨ ਵੈਦਿਕ ਪੀਰੀਅਡ ਦੇ ਸੋ ਸਟੂਡੈਂਟ ਅੱਜ ਆਪਣਾ ਲੈਸਨ ਕਵਰ ਹੋ ਗਿਆ ਹੈਗਾ
ਇਹ ਸੀ ਆਪਣੇ ਲੈਸਨ ਦਾ ਨੇਮ ਸੀਗਾ, ਲੈਸਨ ਨੰਬਰ 10 ਸੀਗਾ, 10 ਸੀ ਦੀ ਵੈਦਿਕ ਏਜ। ਓਕੇ ਓਕੇ ਸਟੂਡੈਂਟ, ਥੈਂक्स फॉर वॉचिंग माय वीडियो।